ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਰਾਹੀਂ ਆਪਣੇ ਜੀਵਨ ਨੂੰ ਸਵਾਰਨ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਸਮਝਾਉਂਦੇ ਨੇ ਕਿ ਉਹ ਵਾਹਿਗੁਰੂ ਉਹਦੇ ਚੋਜ ਬੜੇ ਅਚਰਜਤਾ ਨਾਲ ਭਰੇ ਨੇ। ਬੰਦਾ ਜਦੋਂ ਉਸ ਨੂੰ ਜਾਣਦਾ ਹੈ ਤਾਂ ਅਚਰਜਤਾ ਨਾਲ ਭਰ ਜਾਂਦਾ ਹੈ। ਬਿਸਮਾਦ, ਹੈਰਾਨੀ, ਇੰਨੀ ਹੈਰਾਨੀ ਹੁੰਦੀ ਹੈ ਉਸ ਨੂੰ ਜਾਣ ਕੇ ਕਿ ਬੰਦੇ ਦੇ ਕੋਲ ਕੋਈ ਸ਼ਬਦ ਨਹੀਂ ਬਚਦਾ। ਬੰਦਾ ਦੇਖਣ ਦੇ, ਜਾਣਨ ਦੇ, ਸਮਝਣ ਦੇ ਬਾਵਜੂਦ ਉਸ ਬਾਰੇ ਕੁਛ ਬਿਆਨ ਨਹੀਂ ਕਰ ਪਾਉਂਦਾ। ਇਸ ਲਈ ਉਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਥਨ ਤੋਂ ਅਕਥ, ਕਿ ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਹੈ ਹੀ ਐਸਾ ਬੇਅੰਤ। ਉਹਨੂੰ ਕਿਵੇਂ ਕਹਾਂਗੇ? ਉਸ ਵਾਹਿਗੁਰੂ ਨੂੰ ਕਿਵੇਂ ਬਿਆਨ ਕਰਾਂਗੇ? ਜਦੋਂ ਇਸ ਗੱਲ ਦੀ ਸਮਝ ਆਵੇਗੀ ਕਿ ਵਾਹਿਗੁਰੂ ਮੇਰੇ ਤੋਂ ਕਦੇ ਵੱਖਰਾ ਹੈ ਹੀ ਨਹੀਂ ਸੀ, ਉਹ ਮੇਰੇ ਨਾਲ ਹੀ ਸੀ ਹਮੇਸ਼ਾ। ਜਿਹਨੂੰ ਮੈਂ ਇੱਧਰ ਉੱਧਰ ਧਰਮ ਸਥਾਨਾਂ ਤੇ ਲੱਭਦਾ ਫਿਰਦਾ ਸਾਂ, ਉਸ ਵਕਤ ਜਿਹੜੀ ਹੈਰਾਨੀ ਪੈਦਾ ਹੁੰਦੀ ਹੈ, ਹੁਣ ਸ਼ਾਇਦ ਸਾਨੂੰ ਉਹਦਾ ਅਹਿਸਾਸ ਨਾ ਹੋਵੇ, ਅਸੀਂ ਉਹਦਾ ਆਭਾਸ ਨਾ ਕਰ ਸਕੀਏ, ਪਰ ਉਹ ਹੈਰਾਨੀ, ਉਹ ਅਚਰਜਤਾ ਆਪਣੇ ਆਪ ਉੱਪਰ ਹਾਸਾ ਕਿ ਮੈਂ ਵੀ ਮੂਰਖ ਉਸ ਨੂੰ ਕਿੱਧਰ ਲੱਭਦਾ ਫਿਰਦਾ ਸੀ ਜਿਹੜਾ ਘਰ ਵਿੱਚ ਹੀ ਮੌਜੂਦ ਸੀ। ਮੈਂ ਇੱਧਰ ਉੱਧਰ ਧੱਕੇ ਖਾਂਦਾ ਫਿਰਦਾ ਸੀ ਤੇ ਉਹ ਘਰ ਵਿੱਚ ਹੀ ਸੀ। ਸਤਿਗੁਰੂ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾ ਹੀ, ਕਿ ਸਭ ਕੁਛ ਘਰ ਵਿੱਚ ਹੀ ਹੈ, ਬਾਹਰ ਕੁਛ ਵੀ ਨਹੀਂ। ਸਭ ਕੁਛ ਅੰਦਰ ਹੀ ਹੈ, ਸਭ ਸੁੱਖ, ਸਭ ਆਨੰਦ, ਸਭ ਰਤਨ, ਸਭ ਜਵਾਹਰ, ਸਭ ਦੌਲਤ ਅੰਦਰ ਹੀ ਹੈ, ਤੇ ਅਸੀਂ ਉਹਨੂੰ ਬਾਹਰ ਤੱਕਦੇ ਫਿਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਤੁਸੀਂ ਗੁਰੂ ਦੀ ਸਿੱਖਿਆ ਸੁਣ ਲਵੋ, ਗੁਰੂ ਦੀ ਇੱਕ ਗੱਲ, ਇੱਕ ਸਿੱਖਿਆ ਸੁਣ ਲਵੋ, ਹਿਰਦੇ ਵਿੱਚ ਵਸਾ ਲਵੋ, ਤਾਂ ਸਭ ਕੀਮਤੀ ਰਤਨ ਜਵਾਹਰ ਘਰ ਵਿੱਚ ਹੀ ਮੌਜੂਦ ਨੇ।
ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਇੱਕ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਵੇ ਤਾਂ ਘਰ ਵਿੱਚ ਹੀ ਰਤਨ ਜਵਾਹਰ ਮਿਲ ਜਾਂਦੇ ਨੇ। ਘਰ ਵਿੱਚ ਹੀ, ਕਿਧਰੇ ਹੋਰ ਹੈ ਹੀ ਨਹੀਂ, ਕਿਧਰੇ ਹੋਰ ਜਾਣ ਦੀ ਜ਼ਰੂਰਤ ਹੀ ਨਹੀਂ, ਉਹ ਘਰ ਵਿੱਚ ਹੀ ਮੌਜੂਦ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸਭ ਕਿਛ ਕਰਮ ਹੈ। ਜਿਸ ਆਨੰਦ ਨੂੰ, ਜਿਸ ਸੁੱਖ ਨੂੰ ਬਾਹਰ ਲੱਭਦੇ ਹਾਂ ਉਹ ਘਰ ਵਿੱਚ ਹੀ ਹੈ, ਕਿਉਂਕਿ ਉਹ ਸੁੱਖ ਦਾ ਦਾਤਾ, ਉਹ ਸਦਾ ਸੱਚ ਦਾ ਆਨੰਦ, ਉਹ ਆਨੰਦ ਸਰੂਪ, ਜਿਹਦੇ ਘਰ ਦੇ ਵਿੱਚ ਹਮੇਸ਼ਾ ਹੀ ਆਨੰਦ, ਹਮੇਸ਼ਾ ਹੀ ਵਧਾਈਆਂ, ਜਿਹਦੇ ਘਰ ਵਿੱਚ ਹਮੇਸ਼ਾ ਹੀ ਰੌਸ਼ਨੀ, ਹਮੇਸ਼ਾ ਹੀ ਚਾਨਣ। ਚਾਨਣ ਕਿੱਥੇ ਹੁੰਦਾ ਹੈ? ਰੌਸ਼ਨੀਆਂ ਕਿੱਥੇ ਹੁੰਦੀਆਂ? ਜਿੱਥੇ ਆਨੰਦ ਹੋਵੇ, ਜਿੱਥੇ ਖੁਸ਼ੀਆਂ ਹੋਣ। ਜਿੱਥੇ ਖੁਸ਼ੀ ਨਾ ਹੋਵੇ ਉੱਥੇ ਲੋਕ ਦੀਵਾ ਨਹੀਂ ਬਾਲਦੇ। ਤੇ ਵਾਹਿਗੁਰੂ ਦੇ ਘਰ ਤਾਂ ਹਮੇਸ਼ਾ ਹੀ ਆਨੰਦ ਹੈ, ਉਹਦੇ ਘਰ ਤਾਂ ਹਮੇਸ਼ਾ ਹੀ ਸੁੱਖ ਹੈ। ਇਸ ਲਈ ਉਹਦੇ ਘਰ ਵਿੱਚ ਹਮੇਸ਼ਾ ਹੀ ਦੀਵਾਲੀ ਹੈ, ਉਹਦੇ ਘਰ ਵਿੱਚ ਹਮੇਸ਼ਾ ਹੀ ਰੌਸ਼ਨੀਆਂ, ਉਹਦੇ ਘਰ ਵਿੱਚ ਹਮੇਸ਼ਾ ਹੀ ਦੀਵਾ ਬਲਦਾ ਰਹਿੰਦਾ। ਇਸ ਲਈ ਜੇ ਕਿਸੇ ਸਥਾਨ, ਧਰਮ ਸਥਾਨ ਤੇ ਕੋਈ ਦੀਵਾ ਬਲਦਾ ਨਾ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਉੱਥੇ ਹਮੇਸ਼ਾ ਹੀ ਸੁੱਖ ਹੈ, ਹਮੇਸ਼ਾ ਹੀ, ਕਿ ਉਹ ਦੀਵਾ ਕਦੇ ਨਹੀਂ ਬੁਝਦਾ, ਉੱਥੇ ਹਮੇਸ਼ਾ ਹੀ ਖੁਸ਼ੀ ਹੈ। ਜਦੋਂ ਉਹ ਜਾਗਤ ਜੋਤ ਵਾਹਿਗੁਰੂ, ਜਿਹਦੇ ਘਰ ਵਿੱਚ ਹਮੇਸ਼ਾ ਆਨੰਦ, ਜਦੋਂ ਉਹ ਵਾਹਿਗੁਰੂ ਆਪਣੇ ਹਿਰਦੇ ਵਿੱਚ ਵਸਦਾ ਮਹਿਸੂਸ ਹੁੰਦਾ ਹੈ, ਤਦੋਂ ਸਾਡੇ ਜੀਵਨ ਦੇ ਵਿੱਚ ਆਨੰਦ ਆਉਂਦਾ ਹੈ। ਜਦੋਂ ਉਸ ਨੂੰ ਆਪਣੇ ਘਟ ਵਿੱਚ, ਆਪਣੇ ਅੰਦਰ ਵਸਦਾ ਜਾਣ ਲੈਂਦੇ ਹਾਂ, ਤਦੋਂ ਸੁੱਖ ਨਾਲ ਭਰਦੇ ਹਾਂ ਅਸੀਂ, ਤਦੋਂ ਸਾਡਾ ਜੀਵਨ ਰਸ਼ਨਾਉਂਦਾ ਹੈ। ਫਿਰ ਬਾਹਰ ਚਾਨਣ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅੰਦਰ ਚਾਨਣ ਹੋ ਗਿਆ ਹੁੰਦਾ ਹੈ। ਤੇ ਧਰਮ ਅੰਦਰ ਦੇ ਚਾਨਣ ਦੇ ਉੱਤੇ ਜ਼ੋਰ ਦਿੰਦਾ ਹੈ। ਧਰਮ ਹਿਰਦੇ ਦੇ ਵਿੱਚ ਰੌਸ਼ਨੀ ਦੀ ਗੱਲ ਕਰਦਾ ਹੈ। ਬਾਹਰ ਦੀਆਂ ਰੌਸ਼ਨੀਆਂ ਤਾਂ ਹੋ ਹੀ ਜਾਣਗੀਆਂ, ਬਾਹਰ ਦਾ ਚਾਨਣ ਤਾਂ ਹੋ ਹੀ ਜਾਵੇਗਾ। ਹਿਰਦੇ ਦਾ ਚਾਨਣ ਉਹ ਅਤ ਲੋੜੀਂਦਾ ਹੈ, ਉਹ ਅਤ ਜ਼ਰੂਰੀ। ਉਸ ਤੋਂ ਬਿਨਾਂ ਜੀਵਨ ਵਿੱਚ ਪ੍ਰਕਾਸ਼ ਨਹੀਂ ਹੁੰਦਾ। ਇਸ ਲਈ ਜਦੋਂ ਉਸ ਨੂੰ ਹਿਰਦੇ ਵਿੱਚੋਂ ਜਾਣ ਲਿਆ ਤਾਂ ਅਸਚਰਜਤਾ ਪੈਦਾ ਹੋਈ। ਅਸਚਰਜਤਾ, ਸਤਿਗੁਰੂ ਕਹਿੰਦੇ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਹੇ ਮੇਰੇ ਸਾਹਿਬ, ਹੇ ਮੇਰੇ ਵਾਹਿਗੁਰੂ, ਤੇਰੇ ਕੌਤਕ ਬੜੇ ਵਿਡਾਣ ਨੇ। ਵਿਡਾਣ ਮਤਲਬ ਹੈਰਾਨ ਕਰਨ ਵਾਲੇ। ਮੈਂ ਵੇਖਦਾ ਵਾਂ ਤੇਰੀ ਕੁਦਰਤ ਨੂੰ, ਕਦੀ ਵੇਖੋ। ਸਾਡੀ ਦਿੱਕਤ ਇਹ ਹੈ ਕਿ ਅਸੀਂ ਸੰਸਾਰ ਦੇ ਕੰਮ ਧੰਦਿਆਂ ਵਿੱਚ ਇੰਨੇ ਕੁ ਉਲਝੇ ਹੋਏ ਹਾਂ, ਇੰਨੇ ਕੁ ਫਸੇ ਹੋਏ ਹਾਂ ਕਿ ਸਾਡੇ ਕੋਲ ਵਾਹਿਗੁਰੂ ਦੀ ਕੁਦਰਤ ਨੂੰ, ਉਹਦੇ ਸੰਸਾਰ ਨੂੰ, ਉਹਦੇ ਜੀਵਾਂ ਜਨਤਾ ਨੂੰ ਵੇਖਣ ਦਾ ਸਮਾਂ ਤੱਕ ਨਹੀਂ ਹੈ। ਅਸੀਂ ਵੇਖ ਹੀ ਨਹੀਂ ਪਾਉਂਦੇ। ਇਸ ਲਈ ਵੇਖੋ ਉਹਨੂੰ ਨੇੜਿਓਂ ਹੋ ਕੇ, ਉਹਦੀ ਕੁਦਰਤ ਨੂੰ, ਉਸ ਵਾਹਿਗੁਰੂ ਨੂੰ। ਜਦੋਂ ਵੇਖੋਗੇ ਤਾਂ ਜਾਣ ਸਕੋਗੇ। ਸਤਿਗੁਰੂ ਕਹਿੰਦੇ ਮੈਂ ਉਸ ਵਾਹਿਗੁਰੂ ਦੀ ਕੁਦਰਤ ਨੂੰ ਵੇਖਦਾ ਤੇ ਹੈਰਾਨ ਹੁੰਦਾ
कि किन्ना खूबसूरत परमेश्वर ने संसार सिरजिया। वख वख भांतां, वख वख किस्मां दा, वख वख रंगां दा संसार। सतगुरु कहंदे रंगी रंगी भांति कर कर जिनसी माया जिन उपाई। जिस वाहिगुरु ने वख वख रंगां, वख वख किस्मां, वख वख भांतां दी ये बनस्पति, ये जीव जंत, ये पेड़ पौधे, पशु पंछी, मनुख पैदा किते। इस धरती उत्ते बहुत तरह के मनुख, अलग अलग इलाकों में अलग अलग तरह के लोग पाए जाते हैं। कश्मीर तो लैके भारत दे कन्याकुमारी तक बहुत तरह के लोग ने। सब दा रहन सहन, सब दा खान पीन, सब दा रूप रंग वखो वखरा है। ये तो सिर्फ भारत की गल है। भारत तो बाहर नूं हो तुरो, जिमें जिमें तुसीं वख वख इलाकिਆਂ ਵਿੱਚ निकलोगे, लोग वख वख तरह के नज़र आउणगे। नेपाल ਜਿਹੜਾ ਕਦੇ ਭਾਰਤ ਦਾ ਹਿੱਸਾ ਹੁੰਦਾ ਸੀ, ਉਹਦੇ ਵਿੱਚ ਅੱਧੇ ਲੋਕ ਤੁਹਾਨੂੰ ਚਾਈਨੀਜ਼ ਲੋਕਾਂ ਵਰਗੇ ਦਿਖਾਈ ਦੇਣਗੇ ਤੇ ਅੱਧੇ ਲੋਕ ਇੰਡੀਅਨ ਲੋਕਾਂ ਵਰਗੇ ਨਜ਼ਰ ਆਉਣਗੇ। ਜਿਹੜਾ ਇਲਾਕਾ ਚੀਨ ਵਾਲੇ ਪਾਸੇ ਚੀਨ ਨਾਲ ਜਾ ਜੁੜਦਾ ਹੈ, ਉਸ ਇਲਾਕੇ ਦੇ ਲੋਕ ਚਾਈਨੀਜ਼ ਵਰਗੇ, ਚਾਈਨਾ ਵਰਗੇ ਨਜ਼ਰ ਆਉਂਦੇ ਨੇ। ਜਿਹੜਾ ਇੱਧਰ ਭਾਰਤ ਨਾਲ ਜੁੜਿਆ, ਉੱਥੇ ਲੋਕ ਭਾਰਤ ਵਰਗੇ ਨਜ਼ਰ ਆਉਂਦੇ ਨੇ, ਭਾਰਤ ਦੇ ਲੋਕਾਂ ਵਰਗੇ। ਚਾਈਨਾ ਵਿੱਚ ਲੋਕ ਕੈਸੇ ਨੇ, ਜਾਪਾਨ ਵਿੱਚ, ਰਸ਼ੀਆ ਵਿੱਚ ਉਹਨਾਂ ਲੋਕਾਂ ਦਾ ਰੂਪ ਰੰਗ। ਫਿਰ ਅਫਰੀਕਾ ਵਿੱਚ ਆ ਜਾਓ ਕਿ ਅਫਰੀਕਾ ਵਿੱਚ ਲੋਕਾਂ ਦਾ ਰੂਪ ਰੰਗ ਕੈਸਾ ਹੈ, ਕਾਲੇ ਰੰਗ ਦੇ ਨੇ। फिर यूरोप वाल आ जाओ कि गोरी चमड़ी वाले लोग, जिन्हां दी चमड़ी बड़ी गोरी है, बड़ी चिट्टी है। इसलिए उस वाहिगुरु ने ये वख वख भांतां, वख वख किस्मां दे जीव सिरजे ने। सतगुरु समझाउंदे, मैं उस वाहिगुरु दे ये सब कौतक देख के हैरान हुंदा वां। मैं हैरान हुंदा। सतगुरु सोझी बख्श दे, जल थल महीयल भरपुर लीना, आपे सर्व समाना। वाहिगुरु जल थल विच हर थां समाया। परमेश्वर सब थां पूरन। जल थल महीयल भरपुर लीना, जल विच, थल विच, पताल विच, आकाश विच, हर थां। कोई ऐसी थां है ही नहीं जिथे वो ना होवे। इसलिए सतगुरु कहते मैं हैरान होंदा, मैं होवां या ना होवां, वो मौजूद हुंदा है, वो मौजूद हुंदा है। इसनूं समझो कि असीं इत्थे गुरुद्वारे मौजूद होइए या ना होइए, गुरु मौजूद, परमेश्वर मौजूद हुंदा है। इत्थे गुरु ग्रंथ साहिब दा प्रकाश होवे या ना होवे, पर गुरु फिर भी मौजूद हुंदा। वो वाहिगुरु फिर भी मौजूद हुंदा है। यही खासियत है उहदी। असीं किसे खास गल करके उहनूं महसूस करदे हां, पर वो तो हमेशा ही है, वो तो हमेशा ही है। ਜਦੋਂ ਗੁਰੂ ਦਾ ਪ੍ਰਕਾਸ਼ ਹੋਇਆ, ਫਿਰ ਸਾਡਾ ਗੁਰੂ ਦੇ ਦਰਬਾਰ ਵਿੱਚ ਬੈਠਣ ਉੱਠਣ ਦਾ ਢੰਗ ਹੋਰ ਹੈ। ਜਦੋਂ ਪ੍ਰਕਾਸ਼ ਨਹੀਂ ਹੈ, ਉਦੋਂ ਸਾਡਾ ਬੈਠਣ ਉੱਠਣ ਦਾ ਢੰਗ ਹੋਰ ਹੈ। ਦੇਖ ਲੈਣਾ ਤੁਸੀਂ। ਕਿਉਂ? ਕਿਉਂਕਿ ਅਸੀਂ ਬੜੇ ਵੱਖਰੇ ਢੰਗ ਨਾਲ ਦੇਖਦੇ ਹਾਂ। ਅਸੀਂ ਕਿਸੇ ਚੀਜ਼ ਨਾਲ ਜੋੜ ਕੇ ਵੇਖਦੇ ਹਾਂ ਕਿ ਹੁਣ ਗੁਰੂ ਹੈ, ਹੁਣ ਗੁਰੂ ਨਹੀਂ ਹੈ, ਜਦ ਕਿ ਉਹ ਤਾਂ ਹਮੇਸ਼ਾ ਹੀ ਹੈ, ਉਹ ਤਾਂ ਹਮੇਸ਼ਾ ਹੀ ਹੈ। ਸਾਡੇ ਮੰਨਣ ਜਾਂ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ।
ਉਹ ਤਾਂ ਹੈ। ਸਤਿਗੁਰੂ ਕਹਿੰਦੇ ਉਹ ਤਾਂ ਪਾਣੀ ਵਿੱਚ ਵੀ ਮੌਜੂਦ ਹੈ, ਉਹ ਤਾਂ ਹਵਾ ਵਿੱਚ ਵੀ ਮੌਜੂਦ ਹੈ, ਉਹ ਆਕਾਸ਼ ਵਿੱਚ ਵੀ ਮੌਜੂਦ ਹੈ। ਆਕਾਸ਼ ਵਿੱਚ ਜਿੱਥੇ ਕੁਛ ਨਜ਼ਰ ਹੀ ਨਹੀਂ ਆ ਰਿਹਾ ਸਿਵਾਏ ਆਕਾਸ਼ ਤੋਂ, ਐਮਟੀਨੈਸ। ਹੁਣ ਆਕਾਸ਼ ਕੀ ਹੈ? ਐਮਟੀਨੈਸ ਹੈ, ਖਾਲੀਪਨ, ਕੁਛ ਵੀ ਨਹੀਂ ਉੱਥੇ। ਪਰ ਸਤਿਗੁਰੂ ਕਹਿੰਦੇ ਉੱਥੇ ਵੀ ਮੌਜੂਦ ਹੈ ਉਹ। ਸਾਗਰ, ਪਾਣੀ, ਵਿਸ਼ਾਲ ਪਾਣੀ, ਸਾਗਰ, ਪਾਣੀ ਹੀ ਪਾਣੀ। ਸਤਿਗੁਰੂ ਕਹਿੰਦੇ ਉੱਥੇ ਵੀ ਮੌਜੂਦ ਹੈ, ਜਿਹੜਾ ਸਭ ਭਰਿਆ ਹੋਇਆ ਹੈ। ਉਹ ਖਾਲੀ ਵਿੱਚ ਵੀ ਮੌਜੂਦ, ਉਹ ਭਰੇ ਵਿੱਚ ਵੀ ਮੌਜੂਦ, ਉਹ ਅੱਧੇ ਵਿੱਚ ਵੀ, ਉਹ ਪੂਰੇ ਵਿੱਚ ਵੀ, ਉਹ ਹਰ ਥਾਂ, ਉਹ ਚੰਗੇ ਵਿੱਚ ਵੀ ਤੇ ਉਹ ਮੰਦੇ ਵਿੱਚ ਵੀ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਉਹਦੇ ਇਸ ਚੋਜ ਤੋਂ ਹੈਰਾਨ ਹੁੰਦਾ ਵਾਂ, ਮੈਂ ਉਹਦੇ ਇਸ ਕੌਤਕ ਤੋਂ ਹੈਰਾਨ ਹੁੰਦਾ ਵਾਂ ਕਿ ਉਹ ਵਾਹਿਗੁਰੂ ਕਿਵੇਂ ਹਰ ਥਾਂ ਸਮਾਇਆ ਹੋਇਆ, ਉਹ ਹਰ ਥਾਂ ਵਸਿਆ ਹੋਇਆ। ਉਹ ਰਾਮ ਤੇ ਰਾਵਣ ਦੋਨਾਂ ਵਿੱਚ, ਉਹ ਚੋਰ ਤੇ ਪਾਪੀ ਦੋਨਾਂ ਵਿੱਚ, ਸਾਧੂ ਵਿੱਚ ਤੇ ਚੋਰ ਵਿੱਚ, ਦੋਨਾਂ ਵਿੱਚ। ਇਸ ਲਈ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਹੇ ਵਾਹਿਗੁਰੂ ਤੂੰ ਆਪ ਹੀ ਸਭ ਥਾਈਂ ਸਮਾਇਆ ਹੋਇਆ, ਤੂੰ ਆਪ ਹੀ ਹਰ ਥਾਂ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੂੰ ਨਾ ਹੋਵੇਂ। ਗੁਰੂ ਨਾਨਕ ਸਾਹਿਬ ਕਹਿੰਦੇ ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗੇ ਫਿਰੈ ਜੰਤ। ਕਿ ਉਸ ਵਾਹਿਗੁਰੂ ਦੇ ਇਸ ਵਿਸਮਾਦ ਨੂੰ ਦੇਖ ਕੇ ਵੇਖ ਵਿਡਾਣ ਵਿਸਮਾਦ ਰਹਿਆ। ਸਤਿਗੁਰੂ ਕਹਿੰਦੇ ਮੈਂ ਵਿਡਾਣ ਵਿੱਚ ਰਹਿ ਗਿਆ, ਮੈਂ ਹੈਰਾਨੀ ਨਾਲ ਭਰ ਗਿਆ ਉਹਦੀ ਇਸ ਖੇਡ ਨੂੰ, ਉਹਦੇ ਇਸ ਕੌਤਕ ਨੂੰ ਵੇਖ ਕੇ। ਪੁੜ ਧਰਤੀ, ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ। ਸਤਿਗੁਰੂ ਕਹਿੰਦੇ ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦਾ ਚੌਬਾਰਾ ਹੈ। ਸਤਿਗੁਰੂ ਕਹਿੰਦੇ ਨਾ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਸਾਰਾ ਸੰਸਾਰ ਉਸ ਵਾਹਿਗੁਰੂ ਦੀ ਕੋਠੜੀ, ਉਸ ਪਰਮੇਸ਼ਰ ਦਾ ਇਹ ਸਾਰਾ ਜਗਤ, ਤੇ ਉਸ ਸੱਚੇ ਦਾ ਹੀ ਇਹਦੇ ਵਿੱਚ ਵਾਸਾ। ਸਤਿਗੁਰੂ ਕਹਿੰਦੇ ਪੁੜ ਧਰਤੀ, ਇੱਕ ਪੁੜ ਹੇਠਲਾ ਧਰਤੀ, ਪੁੜ ਪਾਣੀ। ਪੁੜ ਪਾਣੀ ਤੋਂ ਭਾਵ ਬੱਦਲ, ਜਿਨ੍ਹਾਂ ਵਿੱਚੋਂ ਪਾਣੀ ਵਰਦਾ, ਬੱਦਲ, ਆਕਾਸ਼। ਇੱਕ ਪੁੜ ਧਰਤੀ ਹੋ ਗਈ, ਇੱਕ ਪੁੜ ਹੋ ਗਿਆ ਆਕਾਸ਼, ਤੇ ਚਾਰ ਕੁੰਟ, ਆ ਚਾਰੇ ਦਿਸ਼ਾਵਾਂ, ਚਾਰੇ ਦਿਸ਼ਾਵਾਂ, ਉੱਤਰ ਪੂਰਬ ਦਸ਼ਣ, ਇਹ ਸਭ ਪੱਛਮ ਦੱਖਣ, ਇਹ ਸਾਰੀਆਂ ਚਾਰੇ ਦਿਸ਼ਾਵਾਂ। ਸਤਿਗੁਰੂ ਕਹਿੰਦੇ ਚਾਰ ਕੁੰਟ, ਇਹ ਕੰਧਾਂ, ਦੀਵਾਰਾਂ। ਪੁੜ ਆਸਣ, ਪੁੜ ਧਰਤੀ, ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ। ਉਹਦਾ ਚੌਬਾਰਾ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਆਕਾਸ਼ ਉਹਦੀ ਛੱਤ, ਧਰਤੀ ਉਸ ਦਾ ਫਰਸ਼, ਤੇ ਇਹ ਚਾਰੇ ਦਿਸ਼ਾਵਾਂ ਉਹਦੀਆਂ ਕੰਧਾਂ। ਇਹ ਸਾਰਾ ਸੰਸਾਰ ਉਹਦਾ ਹੀ ਚੌਬਾਰਾ ਹੈ, ਉਹਦਾ ਹੀ ਘਰ ਹੈ। ਸਗਲ ਭਵਨ ਕੀ ਮੂਰਤ ਏਕਾ। ਸਭ ਭਵਨਾਂ ਦੀਆਂ ਮੂਰਤਾਂ, ਜਿੰਨੇ ਵੀ ਰੂਪ ਨਜ਼ਰ ਆਉਂਦੇ ਨੇ, ਆ ਜਿੰਨੀਆਂ ਵੀ ਮੂਰਤਾਂ ਆਪਣੀਆਂ ਸਭ ਦੀਆਂ ਧਰਤੀ ਤੇ ਮੌਜੂਦ ਸਭ ਜੀਵ ਜੰਤ ਜਿੰਨੇ ਵੀ ਨੇ, ਇਹ ਸਭ ਉਹਦੀਆਂ ਮੂਰਤਾਂ, ਇਹ ਸਭ ਉਸੇ ਦੀਆਂ ਮੂਰਤਾਂ, ਕਿ ਇਹ ਸਭ ਉਹਦੀਆਂ ਮੂਰਤਾਂ ਨੇ ਜੀ। ਇਹ ਸਗਲ ਭਵਨ ਕੀ ਮੂਰਤ ਏਕਾ। ਇਹਨਾਂ ਸਭ ਮੂਰਤਾਂ ਦੇ ਵਿੱਚ ਉਹ ਇੱਕੋ ਪ੍ਰਮਾਤਮਾ ਹੈ। ਇਹਨਾਂ ਸਭ ਮੂਰਤਾਂ ਦੇ ਵਿੱਚ ਉਹੀ ਨਜ਼ਰ ਆਉਂਦਾ ਹੈ, ਉਹਦੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਉਹਦੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਸਭ ਉਹੀ ਹੈ, ਸਭ ਉਹੀ ਹੈ। ਸਭ ਪੇੜ ਪੌਦੇ, ਸਭ ਰੂਪ ਰੰਗ, ਸਭ ਮਨੁੱਖ, ਸਭ ਪਸ਼ੂ ਪੰਛੀ, ਸਭ ਉਹੀ। ਉਹਨਾਂ ਸਾਰਿਆਂ ਦੇ ਵਿੱਚ ਉਹੀ। ਇਸ ਗੱਲ ਨੂੰ ਤੁਸੀਂ ਜਾਣੋ
ਕਿ ਹਿੰਦੂਆਂ ਨੇ ਹਰ ਚੀਜ਼ ਦੀ ਪੂਜਾ ਕੀਤੀ, ਹਵਾ ਦੀ, ਅੱਗ ਦੀ, ਪਾਣੀ ਦੀ, ਪਸ਼ੂਆਂ ਦੀ, ਪੰਛੀਆਂ ਦੀ, ਪੇੜ ਪੌਦਿਆਂ ਦੀ। ਉਹਨਾਂ ਨੇ ਹਰ ਉਸ ਚੀਜ਼ ਦੀ ਸੇਵਾ ਕੀਤੀ ਹੈ, ਪੂਜਾ ਕੀਤੀ ਹੈ। ਕੋਈ ਚੀਜ਼ ਉਹਨਾਂ ਨੇ ਛੱਡੀ ਨਹੀਂ, ਹਰ ਚੀਜ਼, ਚਾਹੇ ਉਹ ਗਾਂ ਹੋਵੇ ਤੇ ਚਾਹੇ ਉਹ ਕੋਈ ਹੋਰ ਜਾਨਵਰ ਹੋਵੇ, ਹਰ ਇੱਕ ਨੂੰ ਪੂਜਿਆ। ਪੂਰੇ ਭਾਰਤ ਦਾ ਕਿਤੇ ਤੁਹਾਨੂੰ ਭ੍ਰਮਣ ਕਰਨ ਦਾ ਅਵਸਰ ਮਿਲੇ ਨਾ, ਤਾਂ ਬੇਅੰਤ ਐਸੇ ਮੰਦਿਰ ਨੇ ਜਿੱਥੇ ਕਈ ਤਰ੍ਹਾਂ ਦੇ ਜਾਨਵਰਾਂ ਦੀਆਂ ਪੂਜਾ ਹੁੰਦੀਆਂ, ਕਈ ਤਰ੍ਹਾਂ ਦੇ ਜਾਨਵਰਾਂ ਦੀਆਂ, ਉਹ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਪੂਜਦੇ ਨੇ। ਉਹਦਾ ਮਤਲਬ ਕੀ ਹੈ, ਭਾਵ ਕੀ ਹੈ? ਜਿਹੜਾ ਭਾਵ ਸੀ ਨਾ, ਉਹ ਸਮੇਂ ਨਾਲ ਗਵਾਚ ਜਾਂਦਾ ਹੈ। ਹਮੇਸ਼ਾ ਸਭ ਧਰਮਾਂ ਦੇ ਨਾਲ ਐਸਾ ਹੁੰਦਾ ਹੈ, ਕਿਉਂਕਿ ਜਿਵੇਂ ਜਿਵੇਂ ਧਰਮ ਪੁਰਾਣਾ ਹੁੰਦਾ ਜਾਂਦਾ ਉਵੇਂ ਉਵੇਂ ਲੋਕ ਉਹਦੀਆਂ ਜੋ ਟ੍ਰੈਡੀਸ਼ਨਸ ਹੁੰਦੀਆਂ, ਜੋ ਰੀਤਾਂ ਹੁੰਦੀਆਂ, ਰਸਮਾਂ ਹੁੰਦੀਆਂ, ਉਹਨਾਂ ਨੂੰ ਭੁੱਲ ਜਾਂਦੇ ਨੇ। ਬਸ ਉਹਨੂੰ ਫੋਲੋ ਕਰਦੇ ਰਹਿੰਦੇ ਨੇ, ਪਰ ਉਹਨਾਂ ਦਾ ਮਤਲਬ ਗਵਾਚ ਜਾਂਦਾ ਹੈ। ਸਭ ਧਰਮਾਂ ਦੇ ਨਾਲ ਐਸਾ ਹੁੰਦਾ ਹੈ, ਕਿਉਂਕਿ ਲੋਕ ਉਸ ਨੂੰ ਸੁਰਜੀਤ ਰੱਖਣ ਦੇ ਲਈ ਕੋਈ ਉਪਰਾਲਾ ਨਹੀਂ ਕਰਦੇ ਕਿ ਕੋਈ ਚੀਜ਼ ਚੰਗੀ ਸੀ ਉਸ ਨੂੰ ਬਚਾ ਕੇ ਰੱਖਿਆ ਜਾਵੇ ਆਉਣ ਵਾਲੀ ਪੀੜ੍ਹੀ ਲਈ। ਇਹਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਲੋਕ ਬਸ ਕਰਦੇ ਨੇ ਤੇ ਹੌਲੀ ਹੌਲੀ ਭੁੱਲਦੇ ਜਾਂਦੇ ਨੇ, ਭੁੱਲਦੇ ਜਾਂਦੇ ਨੇ। ਫਿਰ ਬਾਅਦ ਵਿੱਚ ਉਸ ਇੱਕ ਰੀਤ ਬਣ ਕੇ ਰਹਿ ਜਾਂਦੀ ਹੈ, ਬਸ, ਹੋਰ ਕੁਝ ਖਾਸ ਨਹੀਂ। ਉਹਦਾ ਅਸਲ ਭਾਵ ਇਹੀ ਸੀ ਕਿ ਹਰ ਸ਼ੈ ਵਿੱਚ ਪਰਮੇਸ਼ਰ ਹੈ, ਚਾਹੇ ਮਨੁੱਖ ਹੈ ਤੇ ਚਾਹੇ ਪਸ਼ੂ ਪੰਛੀ, ਚਾਹੇ ਹਵਾ ਹੈ ਤੇ ਚਾਹੇ ਅੱਗ, ਹਰ ਚੀਜ਼ ਵਿੱਚ। ਗੁਰਮਤਿ ਨੇ ਇਹ ਕਿਹਾ ਕਿ ਹਰ ਥਾਂ ਹਰ ਜਗ੍ਹਾ ਪਰਮੇਸ਼ਰ ਹੈ, ਪਰ ਇਹ ਨਹੀਂ ਕਿਹਾ ਕਿ ਹਰ ਥਾਂ ਹਰ ਚੀਜ਼ ਦੀ ਪੂਜਾ ਕਰਨ ਲੱਗ ਜਾਓ। ਬਸ ਇੱਥੇ ਹੀ ਅੰਤਰ ਹੋ ਜਾਂਦਾ ਹੈ ਗੁਰਮਤਿ ਦਾ ਹੋਰਨਾਂ ਧਰਮਾਂ ਦੇ ਨਾਲੋਂ, ਹੋਰਨਾਂ ਮਜ਼ਹਬਾਂ ਨਾਲੋਂ। ਤੇ ਸਿਰਫ ਇਹੀ ਨਹੀਂ, ਇਹੀ ਤੁਸੀਂ ਇਜਿਪਟ ਦੀ ਸੱਭਿਅਤਾ ਦੇਖੋ, ਮਿਸਰ, ਉੱਥੇ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਮੂਰਤੀਆਂ, ਉਹਨਾਂ ਦੇ ਦੇਵੀ ਦੇਵਤਿਆਂ ਦੀਆਂ ਇਸ ਤਰ੍ਹਾਂ ਦੀਆਂ ਮਿਲਣਗੀਆਂ ਜਿਨ੍ਹਾਂ ਦੇ ਸਿਰ ਜਾਨਵਰਾਂ ਵਾਲੇ ਨੇ, ਕਿ ਜਾਨਵਰਾਂ ਵਾਲੇ, ਪੰਛੀਆਂ ਵਾਲੇ, ਪਸ਼ੂਆਂ ਵਾਲੇ ਉਹਨਾਂ ਦੇ ਸਿਰ, ਉਹਨਾਂ ਦੇ ਦੇਵਤਿਆਂ ਦੇ। ਭਾਵ ਸਿਰਫ ਇਹੀ ਹੈ ਕਿ ਹਰ ਸ਼ੈ ਵਿੱਚ ਪਰਮੇਸ਼ਰ ਹੈ, ਹਰ ਸ਼ੈ ਵਿੱਚ। ਇਹ ਜਾਣਨਾ ਹੈ, ਉਹਦੀ ਪੂਜਾ ਕਰਨ ਨਹੀਂ ਲੱਗ ਜਾਣਾ, ਉਹਨੂੰ ਜਾਣਨਾ ਹੈ ਕਿ ਉਹ ਪਰਮੇਸ਼ਰ ਹੈ। ਇਸ ਲਈ ਇਸ ਜਗਤ ਵਿੱਚ ਗੁਪਤ ਅੰਗਾਂ ਦੀਆਂ ਵੀ ਪੂਜਾਵਾਂ ਹੁੰਦੀਆਂ ਰਹੀਆਂ ਤੇ ਹੁੰਦੀਆਂ ਨੇ, ਸਾਡੇ ਦੇਸ਼ ਵਿੱਚ ਵੀ ਤੇ ਹੋਰਨਾਂ ਦੇਸ਼ਾਂ ਦੇ ਵਿੱਚ ਵੀ, ਜੋ ਕਿ ਬਿਲਕੁਲ ਠੀਕ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਇਸ ਸੰਸਾਰ ਦੇ ਵਿੱਚ ਲੋਕ ਹੋਰ ਪਾਸੇ ਨੂੰ ਹੋ ਤੁਰਦੇ ਨੇ, ਜਿਹੜੀ ਗੱਲ ਹੁੰਦੀ ਹੈ ਉਸ ਨੂੰ ਸਮਝਦੇ ਨਹੀਂ, ਉਸ ਭਾਵ ਨੂੰ ਨਹੀਂ ਸਮਝਦੇ। ਸਤਿਗੁਰੂ ਸਮਝਾਉਂਦੇ ਕਿ ਉਹ ਇਹ ਸਾਰਾ ਭਵਨ, ਇਸ ਸਭ ਭਵਨ ਦੀਆਂ ਸਭ ਮੂਰਤਾਂ ਉਸ ਪਰਮੇਸ਼ਰ ਦੀਆਂ ਨੇ। ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ। ਹੇ ਵਾਹਿਗੁਰੂ, ਤੇਰੀ ਟਕਸਾਲ ਵਿੱਚ ਇਹ ਮੂਰਤਾਂ ਘੜੀਆਂ ਗਈਆਂ। ਪ੍ਰਮਾਤਮਾ ਦੀ ਟਕਸਾਲ ਵਿੱਚ ਹੀ ਇਹ ਮੂਰਤਾਂ ਘੜੀਆਂ ਜਾਂਦੀਆਂ। ਇਸ ਨੂੰ ਸਮਝੋ ਕਿ ਉਹਦੀ ਟਕਸਾਲ ਐਸੀ ਹੈ ਕਿ ਉੱਥੇ ਸਭ ਵੱਖ-ਵੱਖ, ਭਿੰਨ-ਭਿੰਨ, ਅਲੱਗ-ਅਲੱਗ ਰੂਪ ਘੜੇ ਜਾਂਦੇ। ਇੱਕ ਰੂਪ ਕਿਸੇ ਦੂਸਰੇ ਨਾਲ ਮਿਲਦਾ ਨਹੀਂ, ਥੋੜਾ ਬਹੁਤ ਹੋ ਸਕਦਾ ਮਿਲ ਜਾਏ, ਥੋੜੀ ਬਹੁਤ ਹੋ ਸਕਦਾ ਹੈ ਕਿ ਸ਼ਕਲ ਮਿਲ ਜਾਏ। ਜੁੜਵਾ ਬੱਚਿਆਂ ਦੀ ਵੀ ਕਈ ਵਾਰੀ ਥੋੜੀ ਬਹੁਤ ਸ਼ਕਲ ਮਿਲਦੀ ਹੈ, ਪਰ ਪੂਰੀ ਤਰ੍ਹਾਂ ਉਹ ਵੀ ਨਹੀਂ ਰਲਦੇ। ਪਰਮਾਤਮਾ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਭਿੰਨ ਭੇਦ ਜ਼ਰੂਰ ਪਾਉਂਦਾ ਹੈ। ਭਿੰਨ ਭੇਦ ਰੱਖਣਾ ਪੈਂਦਾ,
ਜਿਵੇਂ ਕਿਸੇ ਟਕਸਾਲ ਦੇ ਵਿੱਚ ਜਿੱਥੇ ਸਿੱਕੇ ਬਣਦੇ ਨੇ, ਜਿੱਥੇ ਨੋਟ ਛਪਦੇ ਨੇ, ਹੁਣ ਉਹ ਸਾਰੇ ਇੱਕੋ ਜਿਹੇ ਨਹੀਂ ਛਾਪ ਸਕਦੇ। ਤੁਸੀਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਜਾਓ ਤੇ ਜਿਹੜੇ ਤੁਹਾਡੇ ਕੋਲ ਨੋਟ ਹੋਣ, ਉਹ ਨੋਟ ਸਾਰੇ ਇੱਕੋ ਹੀ ਸੀਰੀਅਲ ਦੇ, ਇੱਕੋ ਹੀ ਨੰਬਰ ਦੇ ਹੋਣ, ਬੈਂਕ ਨਹੀਂ ਲਵੇਗਾ ਉਹਨਾਂ ਨੋਟਾਂ ਨੂੰ, ਉਹਨਾਂ ਸਿੱਕਿਆਂ ਨੂੰ ਲਵੇਗਾ ਨਹੀਂ, ਕਿਉਂਕਿ ਸਾਰਿਆਂ ਦਾ ਨੰਬਰ ਇੱਕੋ ਹੀ ਹੈ। ਉਹਨਾਂ ਦਾ ਨੰਬਰ ਅਲੱਗ-ਅਲੱਗ ਹੋਵੇਗਾ ਤਾਂ ਉਹ ਜਮ੍ਹਾਂ ਹੋਣਗੇ। ਬੇਸ਼ੱਕ ਦੇਖਣ ਨੂੰ ਠੀਕ ਲੱਗਦੇ ਨੇ, ਦੇਖਣ ਨੂੰ ਬਿਲਕੁਲ ਇੱਕੋ ਜਿਹੇ ਨੇ, ਪਰ ਨੰਬਰਿੰਗ ਜਿਹੜੀ ਹੈ ਉਹਦੇ ਤੋਂ ਉਹ ਪਹਿਚਾਣੇ ਜਾਂਦੇ ਨੇ। ਫਰਕ ਜ਼ਰੂਰੀ ਹੁੰਦਾ, ਇੰਨਾ ਕੁ ਭੇਦ। ਵਾਹਿਗੁਰੂ ਨੇ ਬੇਅੰਤ ਤਰ੍ਹਾਂ ਦੇ ਜੀਵ ਜੰਤ ਮਨੁੱਖ ਪੈਦਾ ਕੀਤੇ ਤੇ ਸਭ ਦੀਆਂ ਸ਼ਕਲਾਂ ਸੂਰਤਾਂ ਵੱਖੋ ਵੱਖਰੀਆਂ ਘੜੀਆਂ ਉਹਨੇ। ਕਿਸੇ ਦਾ ਚਿਹਰਾ ਹੋ ਸਕਦਾ ਹੂ ਬਹੂ ਮਿਲੇ, ਪਰ ਫਿੰਗਰਪ੍ਰਿੰਟ ਕਿਸੇ ਦੇ ਨਹੀਂ ਮਿਲਦੇ ਇੱਕ ਦੂਸਰੇ ਨਾਲ। ਹੱਥਾਂ ਦੇ ਨਿਸ਼ਾਨ ਅੱਜ ਤੱਕ ਕਦੇ ਨਹੀਂ ਮਿਲੇ। ਸ਼ਕਲ ਮਿਲ ਸਕਦੀ ਹੈ ਕਿ ਹਾਂ ਜੀ ਫਲਾਣੇ ਬੰਦੇ ਦੀ ਸ਼ਕਲ ਫਲਾਣੇ ਆਦਮੀ ਜੈਸੀ ਹੈ, ਹੋ ਸਕਦਾ ਕੋਈ ਹਮ ਸ਼ਕਲ ਹੋਵੇ, ਪਰ ਹੱਥਾਂ ਦੇ ਨਿਸ਼ਾਨ ਉਹ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਉਹਦੀ ਟਕਸਾਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਉਸਨੇ ਮੂਰਤਾਂ ਨੂੰ ਘੜਿਆ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਹੇ ਵਾਹਿਗੁਰੂ ਤੇਰੇ ਚੋਜ ਬੜੇ ਹੈਰਾਨ ਕਰਨ ਵਾਲੇ ਨੇ। ਤੇਰੇ ਚੋਜ ਬਹੁਤ ਹੈਰਾਨ ਕਰਦੇ ਨੇ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਜਲ ਥਲ ਮਈਲ ਭਰਪੁਰ ਲੀਣਾ, ਆਪੇ ਸਰਬ ਸਮਾਣਾ। ਤੂੰ ਸਭ ਥਾਈਂ ਸਮਾਇਆ ਹੋਇਆ, ਤੂੰ ਸਭ ਥਾਈਂ ਵਸਿਆ ਹੋਇਆ। ਰਹਾਓ ਜਹਾਂ ਜਹਾਂ ਦੇਖਾਂ ਤਹਾਂ ਜੋਤ ਤੁਮਾਰੀ। ਮੈਂ ਜਿੱਥੇ ਦੇਖਦਾ ਵਾਂ ਸਭ ਥਾਈਂ ਤੇਰੀ ਜੋਤ ਹੈ। ਮੈਂ ਜਿੱਥੇ ਦੇਖਦਾ ਸਭ ਥਾਈਂ ਤੂੰ ਹੀ ਸਮਾਇਆ ਹੋਇਆ, ਤੇਰੇ ਤੋਂ ਬਿਨਾਂ ਕੁਛ ਹੈ ਹੀ ਨਹੀਂ ਹੋਰ। ਜਹਾਂ ਜਹਾਂ ਦੇਖਾਂ ਤਹਾਂ ਜੋਤ ਤੁਮਾਰੀ, ਤੇਰਾ ਰੂਪ ਕਿਨੇਹਾ। ਹੇ ਵਾਹਿਗੁਰੂ ਤੇਰਾ ਇਹ ਰੂਪ ਕਿੰਨਾ ਸੋਹਣਾ ਹੈ, ਤੇਰਾ ਰੂਪ ਕਿੰਨਾ ਸੋਹਣਾ, ਕਿੰਨਾ ਖੂਬਸੂਰਤ। ਉਹਦਾ ਰੂਪ ਬੜਾ ਪਿਆਰਾ ਹੈ। ਇਹ ਸਭ ਉਹਦੇ ਹੀ ਤਾਂ ਰੂਪ ਨੇ। ਕਦੀ ਗੌਰ ਨਾਲ ਵੇਖਣਾ ਕਿ ਪ੍ਰਮਾਤਮਾ ਇਹਨਾਂ ਸਭ ਰੂਪਾਂ ਦੇ ਵਿੱਚ ਕਿਵੇਂ ਖਿੜਿਆ। ਉਹ ਕਿਵੇਂ ਖਿੜ ਰਿਹਾ ਹੈ। ਇੱਕ ਛੋਟੇ ਬੱਚੇ ਦੇ ਵਿੱਚ ਉਹ ਕਿਵੇਂ ਖਿੜਖੜਾ ਕੇ ਹੱਸ ਰਿਹਾ ਹੈ। ਇੱਕ ਆਦਮੀ ਦੇ ਅੰਦਰ ਉਹ ਕਿਵੇਂ ਸੰਸਾਰ ਦੇ ਧੰਦਿਆਂ ਵਿੱਚ ਉਲਝਿਆ ਹੋਇਆ। ਉਹ ਸੰਸਾਰ ਦੇ ਕਿਵੇਂ ਭੋਗਾਂ ਨੂੰ ਭੋਗ ਰਿਹਾ ਮਨੁੱਖਾਂ ਦੇ ਅੰਦਰ ਬੈਠਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਸਾਰਾ ਤੇਰਾ ਰੂਪ ਹੈ, ਕਿੰਨਾ ਪਿਆਰਾ ਹੈ। ਇਕਤ ਰੂਪ ਫਿਰੈ ਪਰਛੰਨਾ। ਪ੍ਰਮਾਤਮਾ ਦਾ ਇੱਕੋ ਇਹ ਰੂਪ ਤੇ ਉਹ ਗੁਪਤ। ਪ੍ਰਛੰਨਾ ਮਤਲਬ ਲੁਕਿਆ ਹੋਇਆ। ਉਹ ਰੂਪ ਜਿਹੜਾ ਨਿਰਗੁਣ ਹੈ। ਨਿਰਗੁਣ ਰੂਪ ਨਜ਼ਰ ਨਹੀਂ ਆਉਂਦਾ। ਸਰਗੁਣ ਰੂਪ ਆ ਸਾਰੇ ਰੂਪ ਪ੍ਰਮਾਤਮਾ ਦੇ ਨੇ। ਨਿਰਗੁਣ ਉਹਦਾ ਕੋਈ ਰੂਪ ਨਹੀਂ ਹੈ। ਨਿਰੰਕਾਰ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਨਿਰੰਕਾਰ, ਉਹਦਾ ਕੋਈ ਆਕਾਰ ਹੀ ਨਹੀਂ ਹੈ। ਇਹ ਸਾਰਾ ਸੰਸਾਰ ਉਹਦਾ ਹੀ ਆਕਾਰ ਹੈ ਤੇ ਉਹ ਵਾਹਿਗੁਰੂ ਇਹਦੇ ਤੋਂ ਵੱਖਰਾ, ਇਸ ਲਈ ਨਿਰੰਕਾਰ। ਇਕਤ ਰੂਪ ਫਿਰੈ ਪ੍ਰਛੰਨਾ। ਹੇ ਵਾਹਿਗੁਰੂ ਤੂੰ ਸਭ ਦੇ ਵਿੱਚ ਵਿਚਰਦਾ ਹੋਇਆ ਵੀ ਸਭ ਤੋਂ ਗੁਪਤ ਹੈ। ਗੁਪਤ, ਕੋਈ ਨਾ ਕਿਸੇ ਹੀ ਜਿਹਾ, ਤੂੰ ਕਿਸੇ ਨੂੰ ਕਿਸੇ ਵਰਗਾ ਨਹੀਂ ਬਣਾਇਆ, ਕਿਸੇ ਨੂੰ ਕਿਸੇ ਜੈਸਾ ਨਹੀਂ ਬਣਾਇਆ। ਸਭ ਵੱਖੋ ਵੱਖਰੇ ਨੇ ਤੇ ਐਸਾ ਹੀ ਹਮੇਸ਼ਾ ਰਹੇਗਾ। ਇਸ ਧਰਤੀ ਤੇ ਬਹੁਤ ਲੋਕ ਆਏ ਐਸੇ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸਭ ਨੂੰ ਇੱਕ ਕਰ ਦਈਏ। ਸਭ ਨੂੰ ਇੱਕ ਕਰਨ ਦਾ ਮਤਲਬ ਇਹ ਨਹੀਂ ਕਿ ਭੇਦਭਾਵ ਮਿਟਾ ਦਈਏ। ਸਭ ਨੂੰ ਇੱਕ ਕਰਨ ਦਾ ਮਤਲਬ ਉਹਨਾਂ ਦਾ ਇਹ ਸੀ ਜਾਂ ਇਹ ਹੈ ਕਿ ਜੈਸੇ ਅਸੀਂ ਹਾਂ ਵੈਸਾ ਦੂਸਰਿਆਂ ਨੂੰ ਕਰ ਲਈਏ। ਜਿਹੋ ਜੀ ਬੋਲੀ ਅਸੀਂ ਬੋਲਦੇ ਹਾਂ ਉਹੋ ਜਿਹੀ ਹੀ ਬੋਲੀ ਦੂਜੇ ਬੋਲਣ। ਜਿਹੋ ਜਿਹਾ ਧਰਮ ਅਸੀਂ ਮੰਨਦੇ ਹਾਂ ਉਹੋ ਜਿਹਾ ਧਰਮ ਦੂਸਰੇ ਮੰਨਣ। ਇਸ ਤਰ੍ਹਾਂ ਨਾਲ ਇੱਕ ਏਕਤਾ ਲਿਆਉਣ ਦੀ ਕੋਸ਼ਿਸ਼ ਬੇਅੰਤ ਲੋਕਾਂ ਨੇ ਕੀਤੀ ਤੇ ਹੁਣ ਵੀ ਕਰ ਰਹੇ ਨੇ ਕਿ ਇੱਕ ਬੋਲੀ, ਇੱਕ ਰਾਸ਼ਟਰ, ਇੱਕ ਧਰਮ। ਇਹ ਸਦੀਆਂ ਤੋਂ ਚੱਲਦਾ ਆਇਆ, ਇਹ ਕੋਈ ਹੁਣ ਨਵਾਂ ਨਹੀਂ ਹੈ।
ਇਹ ਕੋਈ ਨਵਾਂ ਨਹੀਂ। ਮੁਗਲਾਂ ਨੇ ਜ਼ੋਰ ਲਾਇਆ ਕਿ ਸਿਰਫ ਇਸਲਾਮ ਹੀ ਇਸਲਾਮ ਹੋਵੇ। ਉਹਨਾਂ ਤੋਂ ਬਾਅਦ ਗੋਰਿਆਂ ਨੇ ਜ਼ੋਰ ਲਾਇਆ ਕਿ ਈਸਾਈਅਤ ਹੀ ਈਸਾਈਅਤ ਹੋਵੇ। ਤੇ ਉਹਨਾਂ ਤੋਂ ਬਾਅਦ ਹੁਣ ਜਿਹੜੇ ਹੁਣ ਵਾਲੇ ਨੇ ਉਹ ਵੀ ਲੱਗੇ ਹੋਏ ਨੇ ਕਿ ਇੱਕੋ ਹੀ ਰਾਸ਼ਟਰ ਹਿੰਦੂ ਰਾਸ਼ਟਰ ਹੋਵੇ। ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਸਦੀਆਂ ਤੋਂ ਚੱਲਦਾ ਆਉਂਦਾ ਐਸਾ ਹੀ। ਪਰ ਐਸਾ ਸੰਭਵ ਨਹੀਂ ਹੈ। ਵਾਹਿਗੁਰੂ ਦੀ ਕੁਦਰਤ ਇਸ ਚੀਜ਼ ਨੂੰ ਦੇ ਲਈ ਰਾਜੀ ਨਹੀਂ। ਇਹ ਤਾਂ ਬਿਲਕੁਲ ਐਸਾ ਹੈ ਕਿ ਜਿਵੇਂ ਕੋਈ ਬੰਦਾ ਇਹ ਕਹੇ ਕਿ ਮੈਨੂੰ ਗੁਲਾਬ ਦਾ ਫੁੱਲ ਪਸੰਦ ਹੈ ਤੇ ਸਾਰੀ ਧਰਤੀ ਤੇ ਗੁਲਾਬ ਦਾ ਫੁੱਲ ਹੀ ਹੋਵੇ, ਦੂਜਾ ਨਹੀਂ। ਇਹ ਤਾਂ ਐਸਾ ਹੈ। ਕੋਈ ਕਹੇ ਕਿ ਮੈਨੂੰ ਜੀ ਪੀਲਾ ਰੰਗ ਪਸੰਦ ਹੈ ਤਾਂ ਪੀਲਾ ਹੀ ਰੰਗ ਹੋਣਾ ਚਾਹੀਦਾ ਪੂਰੀ ਧਰਤੀ ਤੇ, ਦੂਸਰਾ ਕੋਈ ਰੰਗ ਹੀ ਨਹੀਂ ਹੋਣਾ ਚਾਹੀਦਾ। ਇਹ ਤਾਂ ਐਸੀ ਮੂਰਖਤਾ ਹੈ। ਤੇ ਤੁਸੀਂ ਦੇਖੋ, ਜੇ ਸਿਰਫ ਇੱਕੋ ਹੀ ਰੰਗ ਹੋਵੇਗਾ, ਪੀਲਾ ਹੀ ਹੋਵੇਗਾ, ਤਾਂ ਤੁਸੀਂ ਇੱਕ ਤੋਂ ਬੋਰ ਹੋਵੋਗੇ ਅੱਕ ਜਾਓਗੇ। ਇਹ ਸੁਭਾਵਕ ਹੈ, ਇਹ ਕੁਦਰਤੀ ਹੈ। ਵਾਹਿਗੁਰੂ ਨੇ ਬੇਅੰਤ ਰੰਗ ਪੈਦਾ ਕੀਤੇ ਨੇ। ਹੁਣ ਇੱਕੋ ਹੀ ਰੰਗ ਪੀਲਾ ਹੈ ਤੇ ਪੀਲੇ ਰੰਗ ਦਾ ਕੱਪੜਾ ਸਭ ਨੇ ਪਾਉਣਾ ਹੈ, ਪੀਲਾ ਹੀ ਸਭ ਕੁਛ ਹੈ, ਤਾਂ ਫਿਰ ਘਰਾਂ ਦੇ ਰੰਗ ਵੀ ਪੀਲੇ ਹੀ ਨੇ। ਹਾਲਤ ਕੈਸੀ ਹੋਵੇਗੀ? ਕੋਈ ਦੂਸਰਾ ਰੰਗ ਹੀ ਨਹੀਂ। ਤੁਹਾਡੀ ਕਾਰ, ਤੁਹਾਡੇ ਸਕੂਟਰ, ਤੁਹਾਡੇ ਮੋਟਰਸਾਈਕਲ, ਹਰ ਚੀਜ਼ ਦਾ ਰੰਗ ਪੀਲਾ ਹੀ ਹੈ, ਦੂਸਰਾ ਕੋਈ ਰੰਗ ਹੀ ਨਹੀਂ। ਕਲਪਨਾ ਕਰੋ ਕਿ ਜੇ ਇਸੇ ਤਰ੍ਹਾਂ ਜਿਵੇਂ ਲੋਕ ਚਾਹੁੰਦੇ ਨੇ, ਜੇ ਸੱਚਮੁੱਚ ਐਸਾ ਹੋ ਜਾਵੇ, ਫਿਰ ਕੀ ਬਣੇ? ਇਸ ਲਈ ਇਹ ਮਨਸ਼ਾ ਲੋਕਾਂ ਦੀਆਂ ਕਦੇ ਪੂਰੀਆਂ ਨਹੀਂ ਹੁੰਦੀਆਂ, ਕਦੇ ਵੀ ਨਹੀਂ। ਕਿ ਇੱਕ ਬੋਲੀ, ਕਿ ਸਾਡੀ ਬੋਲੀ ਇਹ ਹੈ ਤੇ ਦੂਸਰਿਆਂ ਦੀ ਵੀ ਇਹੀ ਹੋਵੇ, ਧੱਕੇ ਨਾਲ ਲਾਗੂ ਕਰੋ। ਦੂਸਰਿਆਂ ਦੀ ਬੋਲੀ ਨੂੰ ਇਸ ਤਰ੍ਹਾਂ ਨਾਲ ਉਹਨੂੰ ਨੀਚਾ ਦਿਖਾਓ ਕਿ ਲੋਕ ਆਪਣੇ ਆਪ ਹੀ ਆਪਣੀ ਬੋਲੀ ਨੂੰ ਛੱਡ ਦੇਣ ਕਿ ਇਹ ਬੋਲੀ ਤਾਂ ਗਵਾਰਾਂ ਦੀ ਬੋਲੀ ਹੈ ਜੀ। ਇਸ ਤਰ੍ਹਾਂ ਨਾਲ ਹੁੰਦਾ ਹੈ। ਬਹੁਤ ਸਾਰੀਆਂ ਬੋਲੀਆਂ ਇਸ ਤਰ੍ਹਾਂ ਨਾਲ ਖਤਮ ਕੀਤੀਆਂ ਗਈਆਂ, ਭਾਸ਼ਾਵਾਂ ਖਤਮ ਕਰ ਦਿੱਤੀਆਂ ਗਈਆਂ ਇਸ ਤਰ੍ਹਾਂ। ਕਿਉਂ? ਕਿਉਂਕਿ ਦੂਸਰੇ ਬੰਦਿਆਂ ਨੇ ਆ ਕੇ ਕਿਹਾ ਕਿ ਜਿਹੜੀ ਆਹ ਬੋਲੀ ਅਸੀਂ ਬੋਲਦੇ ਹਾਂ ਨਾ, ਇਹ ਪਰਫੈਕਟ ਹੈ। ਅੰਗਰੇਜ਼ਾਂ ਨੇ ਆ ਕੇ ਕਿਹਾ ਕਿ ਆਹ ਅੰਗਰੇਜ਼ੀ ਬੋਲੀ ਜਿਹੜੀ ਹੈ ਨਾ, ਇਹ ਬਹੁਤ ਵਧੀਆ, ਪੂਰੀ ਦੁਨੀਆ ਵਿੱਚ ਬੋਲੀ ਜਾਂਦੀ ਹੈ। ਤੇ ਲੋਕ ਲੱਗ ਗਏ ਮਗਰ, ਕਦੀ ਵਿਚਾਰਿਆ ਵੀ ਨਹੀਂ, ਕਦੀ ਸਮਝਿਆ ਵੀ ਨਹੀਂ ਕਿ ਇਸ ਨਾਲ ਕੀ ਨੁਕਸਾਨ ਹੋਵੇਗਾ, ਇਸ ਨਾਲ ਲਾਭ ਕੀ ਹੋਏਗਾ। ਲਾਭ ਸਿਰਫ ਇੰਨਾ ਹੈ ਕਿ ਤੁਸੀਂ ਵਿਦੇਸ਼ ਜਾਓਗੇ ਤਾਂ ਤੁਸੀਂ ਗੱਲਬਾਤ ਕਰ ਸਕੋਗੇ, ਬਸ। ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਜੇ ਇਹ ਸਮਝੋ ਕਿ ਹੋਰ ਬੋਲੀ ਬੋਲਣਾ ਉਹ ਪੜ੍ਹੇ ਲਿਖੇ ਹੋਣ ਦੀ ਨਿਸ਼ਾਨੀ ਹੈ, ਤਾਂ ਇਹ ਮੂਰਖਤਾ ਭਰਿਆ ਜਵਾਬ ਹੈ। ਕਿ ਬੰਦਾ ਜੀ ਅੰਗਰੇਜ਼ੀ ਬੋਲਦਾ ਤੇ ਬਹੁਤ ਪੜ੍ਹਿਆ ਲਿਖਿਆ ਹੈ, ਤਾਂ ਇਹਦਾ ਮਤਲਬ ਕਿ ਜਿਹੜਾ ਬੰਦਾ ਆਪਣੀ ਮਾਂ ਬੋਲੀ ਬੋਲਦਾ ਉਹ ਪੜ੍ਹਿਆ ਲਿਖਿਆ ਨਹੀਂ ਹੈ। ਦੁਨੀਆ ਦੇ ਵਿੱਚ ਜਾਂ ਸ਼ਾਇਦ ਭਾਰਤ ਦੇ ਵਿੱਚ ਇੱਕੋ ਇੱਕ ਪੰਜਾਬੀ ਬੋਲੀ ਹੈ ਜਿਹਨੂੰ ਸਕੂਲਾਂ ਵਿੱਚ ਬੋਲਣ ਦੇ ਉੱਤੇ ਜੁਰਮਾਨਾ ਲੱਗਦਾ। ਸਿਰਫ ਪੰਜਾਬੀ ਹੈ। ਜੇ ਤੁਹਾਡਾ ਬੱਚਾ ਸਕੂਲ ਵਿੱਚ ਬੋਲੇਗਾ ਤਾਂ ਫਾਈਨ ਲੱਗੇਗਾ। ਹੋਰ ਕਿਤੇ ਨਹੀਂ ਮੈਂ ਸੁਣਿਆ। ਮਹਾਰਾਸ਼ਟਰ ਵਿੱਚ ਮੈਂ ਕੁਝ ਸਮਾਂ ਰਿਹਾ, ਮੈਂ ਨਹੀਂ ਉੱਥੇ ਕਦੀ ਸੁਣਿਆ ਕਿ ਮਹਾਰਾਸ਼ਟਰ ਵਿੱਚ ਮਰਾਠੀ ਬੋਲਣ ਤੇ ਕਿਸੇ ਸਕੂਲ ਦੇ ਵਿੱਚ ਜੁਰਮਾਨਾ ਲੱਗਿਆ ਹੋਵੇ। ਤਾਮਿਲ ਵਿੱਚ ਤਾਮਿਲ ਬੋਲਣ ਦੇ ਉੱਤੇ ਕਿਸੇ ਸਕੂਲ ਵਿੱਚ ਜੁਰਮਾਨਾ ਲਾਇਆ ਗਿਆ ਹੋਵੇ। ਬਿਹਾਰ ਵਿੱਚ ਭੋਜਪੁਰੀ ਬੋਲਣ ਤੇ ਕਿਸੇ ਸਕੂਲ ਵਿੱਚ ਜੁਰਮਾਨਾ ਲਗਾਇਆ ਗਿਆ ਹੋਵੇ। ਮੈਂ ਨਹੀਂ ਕਦੇ ਸੁਣਿਆ। ਤੁਸੀਂ ਕਦੇ ਸੁਣਿਆ ਹੋਵੇ ਤਾਂ ਮੈਨੂੰ ਦੱਸਿਓ। ਕਿ ਕੇਰਲਾ ਵਿੱਚ ਜਾਂ ਹੋਰ ਸਟੇਟਾਂ ਤੇ ਕੰਨੜ ਬੋਲਣ ਤੇ ਜਾਂ ਤਾਮਿਲ ਬੋਲਣ ਤੇ ਜਾਂ ਹੋਰ ਬੋਲੀਆਂ ਬੋਲਣ ਤੇ ਕਿਸੇ ਤਰ੍ਹਾਂ ਦਾ ਫਾਈਨ ਲੱਗਾ ਹੋਵੇ। ਇਹ ਸਿਰਫ ਪੰਜਾਬ ਦੇ ਵਿੱਚ ਹੁੰਦਾ ਹੈ। ਇਸ ਤੋਂ ਤੁਸੀਂ ਸਪਸ਼ਟ ਸਮਝ ਸਕਦੇ ਹੋ
ਕਿ ਕੀ ਮਾਹੌਲ ਬਣ ਰਿਹਾ ਹੈ। ਇਸ ਲਈ ਉਹਦੇ ਬੇਅੰਤ ਰੂਪ ਨੇ, ਉਹਦੀ ਕੁਦਰਤ ਦੇ ਵਿੱਚ ਬੇਅੰਤਤਾ ਹੈ। ਬੇਅੰਤ ਬੋਲੀਆਂ, ਬੇਅੰਤ ਜੀਵ ਜੰਤ, ਬੇਅੰਤ ਮਨੁੱਖ, ਬੇਅੰਤ ਪਸ਼ੂ ਪੰਛੀ, ਬੇਅੰਤ ਉਹਦੇ ਰੰਗ। ਇਹ ਭਿੰਨਤਾ ਹਮੇਸ਼ਾ ਰਹੇਗੀ, ਇਹਨੂੰ ਐਕਸੈਪਟ ਕਰਨਾ ਪਵੇਗਾ। ਜੇ ਨਹੀਂ ਕਰੋਗੇ ਤਾਂ ਦਿੱਕਤ ਹੋਏਗੀ, ਦਿੱਕਤ ਹੋਏਗੀ। ਇਸ ਕਰਕੇ ਸਤਿਗੁਰੂ ਕਹਿੰਦੇ ਕੋਈ ਨਾ ਕਿਸੇ ਹੀ ਜਿਹਾ, ਕੋਈ ਕਿਸੇ ਜਿਹਾ ਨਹੀਂ ਹੈ, ਕੋਈ ਕਿਸੇ ਵਰਗਾ ਨਹੀਂ ਹੈ। ਹਰ ਕੋਈ ਆਪੋ ਆਪਣਾ ਵੱਖੋ ਵੱਖਰਾ ਹੈ। ਅੰਡਜ ਜੇਰਜ ਉਤਪੁਜ ਸੇਤਜ, ਤੇਰੇ ਕੀਤੇ ਜਨਤਾ। ਸਤਿਗੁਰੂ ਕਹਿੰਦੇ ਇਹ ਜਿੰਨੇ ਵੀ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਜ਼ਮੀਨ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ, ਗਰਮੀ ਤੋਂ ਪੈਦਾ ਹੋਣ ਵਾਲੇ ਜੀਵ ਸਭ ਤੇਰੇ ਕੀਤੇ ਨੇ। ਸਭ ਨੂੰ ਪੈਦਾ ਕਰਨ ਵਾਲਾ ਤੂੰ ਹੀ ਹੈ। ਏਕ ਪੁਰਬ ਮੈਂ ਤੇਰਾ ਦੇਖਿਆ। ਹੇ ਵਾਹਿਗੁਰੂ, ਇੱਕ ਤੇਰਾ ਮੈਂ ਐਸਾ ਪੁਰਬ, ਐਸਾ ਰੂਪ ਦੇਖਿਆ। ਤੂੰ ਸਭਨਾ ਮਾਹਿਰਵੰਤਾ, ਤੂੰ ਸਾਰਿਆਂ ਦੇ ਵਿੱਚ ਰਵਿਆ। ਤੂੰ ਵੱਖ-ਵੱਖ ਰੂਪਾਂ, ਰੰਗਾਂ, ਸਭ ਦੇ ਵਿੱਚ ਤੂੰ ਹੀ ਰਵਿਆ ਹੋਇਆ। ਇਹ ਤੇਰਾ ਇੱਕ ਰੂਪ ਮੈਂ ਦੇਖਿਆ। ਅਨੇਕਤਾ ਦੇ ਵਿੱਚ ਹੀ ਏਕਤਾ ਹੈ, ਅਨੇਕਤਾ ਦੇ ਵਿੱਚ। ਤੇ ਉਹ ਏਕਤਾ ਕੀ ਹੈ? ਉਹ ਪ੍ਰਮਾਤਮਾ। ਜਿਵੇਂ ਅਨੇਕਾਂ ਮੋਤੀ ਨੇ ਤੇ ਉਹਨਾਂ ਮੋਤੀਆਂ ਨੂੰ ਇੱਕ ਧਾਗੇ ਨੇ ਪਰੋ ਕੇ ਰੱਖਿਆ ਹੋਇਆ, ਸਾਰਿਆਂ ਨੂੰ ਇੱਕ ਥਾਂ ਕੀਤਾ, ਤੇ ਉਹ ਏਕਤਾ ਇੱਕ, ਉਹਨੇ ਇੱਕ ਥਾਂ ਇਕੱਠਾ ਕੀਤਾ ਸਭ ਨੂੰ। ਇਹ ਸੰਸਾਰ, ਇਸ ਸਭ ਨੂੰ ਇੱਕ ਚੀਜ਼ ਨੇ ਪਰੋਇਆ ਹੋਇਆ। ਜਿਵੇਂ ਚਾਹੇ ਕੋਈ ਹਿੰਦੂ ਹੈ ਤੇ ਚਾਹੇ ਮੁਸਲਿਮ, ਸਭ ਇੱਕੋ ਹੀ ਆਕਸੀਜਨ ਤੇ ਜਿਉਂਦੇ ਨੇ। ਇਹ ਨਹੀਂ ਹੈ ਕਿ ਗੋਰਿਆਂ ਦੀ ਆਕਸੀਜਨ ਵੱਖਰੀ ਹੈ ਤੇ ਕਾਲਿਆਂ ਦੀ ਵੱਖਰੀ, ਚੀਨ ਵਾਲਿਆਂ ਦੀ ਵੱਖਰੀ ਤੇ ਭਾਰਤ ਵਾਲਿਆਂ ਦੀ ਵੱਖਰੀ, ਪੰਜਾਬ ਵਾਲਿਆਂ ਦੀ ਵੱਖਰੀ ਤੇ ਦਿੱਲੀ ਹਿਮਾਚਲ ਵਾਲਿਆਂ ਦੀ, ਇਹਨਾਂ ਦੀ ਵੱਖਰੀ ਨਹੀਂ। ਸਭ ਦੀ ਇੱਕੋ ਹੀ ਹੈ, ਸੂਤਰ ਇੱਕੋ ਹੀ ਹੈ। ਉਸੇ ਸੂਤ ਵਿੱਚ ਸਾਰਾ ਸੰਸਾਰ ਪਰੋਤਾ ਹੋਇਆ। ਸਤਿਗੁਰੂ ਕਹਿੰਦੇ ਇਹ ਵੇਖ ਕੇ ਮੈਂ ਹੈਰਾਨ ਹੁੰਦਾ ਵਾਂ। ਬੇਸ਼ੱਕ ਭਿੰਨਤਾ ਹੈ, ਬੇਸ਼ੱਕ ਰੂਪ ਰੰਗਾਂ ਦੇ ਵਿੱਚ ਵਖਰੇਵਾਂ ਹੈ, ਪਰ ਉਹਨੇ ਇੱਕ ਥਾਂ ਸਭ ਨੂੰ ਪਰੋਇਆ ਹੋਇਆ ਹੈ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹਿਰਵੰਤਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਹੇ ਵਾਹਿਗੁਰੂ, ਤੇਰੇ ਬੇਅੰਤ ਗੁਣ ਨੇ, ਪਰ ਮੈਂ ਮੂਰਖ ਨੇ ਇੱਕ ਵੀ ਨਹੀਂ ਸਮਝਿਆ, ਮੈਂ ਇੱਕ ਵੀ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਮੈਨੂੰ ਮੂਰਖ ਨੂੰ ਕੋਈ ਮੱਤ ਦਿਓ, ਮੈਨੂੰ ਮੂਰਖ ਨੂੰ ਕੋਈ ਅਕਲ ਦੇਵੋ, ਸੋਝੀ ਬਖਸ਼ੋ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਹੇ ਵਾਹਿਗੁਰੂ, ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ, ਡੁੱਬਦਾ ਪੱਥਰ ਲੀਜੈ। ਅਸੀਂ ਪੱਥਰ ਵਾਂਗ, ਜਿਵੇਂ ਪੱਥਰ ਪਾਣੀ ਵਿੱਚ ਡੁੱਬਦਾ ਨਾ, ਅਸੀਂ ਵਿਕਾਰਾਂ ਵਿੱਚ ਡੁੱਬਦੇ ਜਾ ਰਹੇ ਹਾਂ। ਕਿਰਪਾ ਕਰ ਇਸ ਡੁੱਬਦੇ ਪੱਥਰ ਨੂੰ ਆਪ ਹੱਥ ਦੇ ਕੇ ਰੱਖ ਲੈ। ਆਪ ਕਿਰਪਾ ਕਰ, ਆਪ ਸੋਝੀ ਬਖਸ਼, ਆਪ ਰਹਿਮਤ ਕਰ। ਉਹਦੀ ਬਖਸ਼ਿਸ਼ ਨਾਲ ਹੀ ਅਸੀਂ ਵਿਕਾਰਾਂ ਵਿੱਚੋਂ ਡੁੱਬਦੇ ਬਚ ਸਕਾਂਗੇ। ਸਤਿਗੁਰੂ ਰਹਿਮਤ ਕਰੇ ਕਿ ਉਹ ਸਾਡੇ ਤੇ ਕਿਰਪਾ ਕਰਕੇ ਸਾਨੂੰ ਔਗਣਾਂ ਨਾਲ ਭਰਿਆ ਹੋਇਆਂ ਨੂੰ, ਉਹ ਮਾਇਆ ਵਿੱਚ ਡੁੱਬਦਿਆਂ ਹੋਇਆਂ ਨੂੰ ਹੱਥ ਦੇ ਕੇ ਰੱਖ ਲੈ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ, ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।